ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਵੱਡੀ ਖਬਰ ਦੇ ਨਾਲ। ਕੈਥਲ ਦੇ ਵਿੱਚ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਧੱਕਾ ਮੁੱਕੀ ਹੋਈ ਹੈ। ਕੁਝ ਤਸਵੀਰਾਂ ਤੇ ਵੱਡੀ ਖਬਰ ਇਸ ਦੇ ਨਾਲ ਸ਼ੁਰੂਆਤ। ਹਰਿਆਣਾ ਦੇ ਕੈਥਲ ਤੋਂ ਇਹ ਵੱਡੀ ਖਬਰ ਆ ਰਹੀ ਹੈ। ਮੰਤਰੀ ਕਮਲੇਸ਼ ਢਾਂਡਾ ਦੇ ਵਿਰੋਧ ਦੇ ਦੌਰਾਨ ਇਹ ਝੜਪ ਹੋਈ ਹੈ। ਮੰਤਰੀ ਦੇ ਘਰ ਦੇ ਘਿਰਾਓ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਟਰੈਕਟਰ ਦੇ ਨਾਲ ਟੱਕਰ ਮਾਰ ਕੇ ਬੈਰੀਕੇਡਸ ਹਟਾ ਦਿੱਤੇ ਗਏ ਤੇ ਇਸ ਵਿਚਾਲੇ ਫਿਰ ਝੜਪ ਹੋਈ ਹੈ। ਉਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਉੱਥੇ ਮਾਹੌਲ ਜਿਹੜਾ ਤਣਾਅਪੂਰਨ ਹੁੰਦਾ ਹੋਇਆ ਨਜ਼ਰ ਆਇਆ। ਕੈਥਲ ਦੇ ਵਿੱਚ ਪੁਲਿਸ ਦੇ ਨਾਲ ਕਿਸਾਨਾਂ ਦੀ ਧੱਕਾ ਮੁੱਕੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਦਰਅਸਲ ਮੰਤਰੀ ਕਮਲੇਸ਼ ਢਾਂਡਾ ਦੇ ਵਿਰੋਧ ਦੇ ਦੌਰਾਨ ਝੜਪ ਇਹ ਹੋਈ ਹੈ। ਮੰਤਰੀ ਦੇ ਘਰ ਦੇ ਘਿਰਾਓ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਟਰੈਕਟਰ ਲੈ ਕੇ ਪਹੁੰਚੇ ਹੋਏ ਸਨ ਕਿਸਾਨ ਤੇ ਉੱਥੇ ਬੈਰੀਕੇਡ ਕੀਤੀ ਗਈ। ਬੈਰੀਕੇਡ ਕਰਕੇ ਉੱਥੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਬੈਰੀਕੇਡ ਨੂੰ ਤੋੜਨ ਦੀ ਕੋਸ਼ਿਸ਼ ਟਰੈਕਟਰ ਦੇ ਜ਼ਰੀਏ ਕੀਤੀ ਗਈ ਸੀ। ਕੋਸ਼ਿਸ਼ ਕਰਾਂਗੇ ਪੂਰੀ ਸਕਰੀਨ ਦੇ ਉੱਤੇ ਤੁਹਾਨੂੰ ਟਰੈਕਟਰ ਵਾਲੀ ਤਸਵੀਰ ਦਿਖਾ ਸਕੀਏ। ਪਹਿਲੀ ਤਸਵੀਰ ਟਰੈਕਟਰ ਵਾਲੀ, ਉਹ ਪੂਰੀ ਸਕਰੀਨ ਦੇ ਉੱਤੇ ਤੁਹਾਨੂੰ ਤਸਵੀਰ ਦਿਖਾ ਸਕੀਏ ਜਿਸ ਟਰੈਕਟਰ ਦੇ ਨਾਲ ਇਸ ਪੂਰੇ ਬੈਰੀਕੇਡ ਨੂੰ ਹਟਾਇਆ ਗਿਆ ਹੈ। ਤਾਂ ਇਹ ਪੂਰੀ ਤਸਵੀਰ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਉੱਥੇ ਬੈਰੀਕੇਡ ਕੀਤੇ ਹੋਏ ਸਨ। ਪੁਲਿਸ ਦੇ ਜਵਾਨ ਉੱਥੇ ਮੌਜੂਦ ਸੀ। ਕੈਥਲ ਦੀਆਂ ਤਸਵੀਰਾਂ, ਟਰੈਕਟਰ ਦੇ ਉੱਤੇ ਨੌਜਵਾਨ ਵੀ ਚੜੇ ਹੋਏ ਨੇ ਤੇ ਟਰੈਕਟਰ ਦੇ ਨਾਲ ਹੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਤੇ ਫਿਰ ਟਰੈਕਟਰ ਨਾਲ ਬੈਰੀਕੇਡ ਨੂੰ ਸਾਈਡ ਕਰ ਦਿੱਤਾ ਗਿਆ ਤੇ ਅੱਗੇ ਵਧੇ ਨੇ ਤੇ ਇਸ ਦੌਰਾਨ ਫਿਰ ਪੁਲਿਸ ਦੀ ਉਹਨਾਂ ਦੇ ਨਾਲ ਝੜਪ ਹੋਈ ਹੈ। ਤਸਵੀਰਾਂ ਕੈਥਲ ਦੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਟਰੈਕਟਰ ਦੇ ਨਾਲ ਟੱਕਰ ਮਾਰ ਕੇ ਬੈਰੀਕੇਡਸ ਹਟਾ ਦਿੱਤੇ ਗਏ। ਹਰਿਆਣਾ ਦੇ ਕੈਥਲ ਦੀ ਮੰਤਰੀ ਕਮਲੇਸ਼ ਢਾਂਡਾ, ਉਹਨਾਂ ਦੇ ਘਰ ਦੇ ਘਿਰਾਓ ਦੀ ਕੋਸ਼ਿਸ਼ ਤੇ ਰਾਹ ਦੇ ਵਿੱਚ ਪੁਲਿਸ ਦੇ ਵੱਲੋਂ ਬੈਰੀਕੇਡ ਲਗਾਏ ਗਏ ਸਨ। ਜਿਵੇਂ ਆਮ ਤੌਰ ਤੇ ਬੈਰੀਕੇਡਿੰਗ ਕੀਤੀ ਗਈ ਹੁੰਦੀ ਹੈ ਉਸ ਤਰੀਕੇ ਨਾਲ ਹੀ ਬੈਰੀਕੇਡ ਲਗਾਏ ਗਏ ਸਨ ਤੇ ਉੱਥੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪ੍ਰਦਰਸ਼ਨਕਾਰੀ ਇਸ ਤੋਂ ਅੱਗੇ ਨਾ ਜਾ ਸਕਣ। ਕਿਸਾਨ ਜਿਹੜੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਘਰ ਦੇ ਘਿਰਾਓ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਟਰੈਕਟਰਾਂ ਦੇ ਉੱਤੇ ਚੜ੍ਹ ਕੇ ਪਹੁੰਚੇ ਹੋਏ ਸੀ ਕਿਸਾਨ ਵੀ। ਬੈਰੀਕੇਡ ਕੀਤੀ ਗਈ, ਪੁਲਿਸ ਵੱਡੀ ਗਿਣਤੀ 'ਚ ਉੱਥੇ ਮੌਜੂਦ ਸੀ, ਰੋਕਣ ਦੀ ਕੋਸ਼ਿਸ਼ ਸੀ ਪਰ ਨਹੀਂ ਕਾਮਯਾਬ ਹੋਈ ਪੁਲਿਸ। ਟਰੈਕਟਰ ਦੇ ਨਾਲ ਇਸ ਪੂਰੇ ਬੈਰੀਕੇਡ ਨੂੰ ਹਟਾ ਦਿੱਤਾ ਗਿਆ। ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ਟਰੈਕਟਰ ਮਾਰ ਕੇ ਟਰੈਕਟਰ ਦੀ ਟੱਕਰ ਦੇ ਨਾਲ ਇਸ ਬੈਰੀਕੇਡ ਨੂੰ ਹਟਾਇਆ ਗਿਆ ਤੇ ਇਸ ਦੌਰਾਨ ਪੁਲਿਸ ਅਤੇ ਫਿਰ ਕਿਸਾਨਾਂ ਦੇ ਵਿਚਾਲੇ ਕੁਝ ਝੜਪ ਹੁੰਦੀ ਹੋਈ ਵੀ ਨਜ਼ਰ ਆਈ ਹੈ। ਸਿੱਧਾ ਰੁਖ ਕਰਦੇ ਹਾਂ ਕੈਥਲ ਦਾ, ਜਿੱਥੇ ਇਹ ਪੂਰਾ ਘਟਨਾਕ੍ਰਮ ਵਾਪਰਿਆ ਹੈ। ਸਾਡੇ सहयोगी वीरेंद्र पुरी इस समय साडे नाल ने फोन लाइन के उत्ते। वीरेंद्र, जानना चाहेंगे क्या कुछ पूरा मामला इस समय वहां पर, क्या है माहौल? देखिए गौरव, ये आज की बात नहीं है। पिछले 1.5 महीने से जो किसान का ट्रैक्टर बैरिकेड को तोड़ते हुए लगातार चल रहा है, तो आज भी जो किसान है यानी कैथल में जो विधायक लीलाराम है और मंत्री कमलेश ढांडा है उसके निवास पर पहुंचे थे प्रदर्शन करने के लिए, उनका घेराव करने के लिए। पहले जो विधायक लीलाराम है उसके जो निवास स्थान है वहां पर किसानों ने घेराव किया और शांतिपूर्ण तरीके से कुछ देर वहां गुजारने के बाद राज्य मंत्री कमलेश ढांडा के जो निवास है वहां पर चले गए। उसके बाद अगर वहां निवास स्थान से थोड़ा सा पहले ही पुलिस ने बैरिकेड लगा रखे थे। अगर मैं बात करूं गौरव पिछले कुछ दिनों की, तो राज्य मंत्री कमलेश ढांडा का जो निवास है वो काफी विवादों में रहा, क्योंकि कुछ दिन पहले यहाँ पर जो आंगनवाड़ी वर्कर्स थे उनके ऊपर भी थोड़ा लाठीचार्ज, हल्का बल प्रयोग किया गया था। तो आज भी कुछ ऐसा ही हुआ जब किसानों ने वहां पर क्रॉस करने की कोशिश की तो आगे बैरिकेड हटा दिए गए पुलिस के द्वारा। उन बैरिकेड को पार ना करने की हिदायत भी दी गई, लेकिन किसानों का कहना था कि हम निवास स्थान के पास ही जाएंगे। लेकिन उसके बाद क्या हुआ, जब पुलिस के तरफ से और किसानों की तरफ से जोर जबरदस्ती हुई, उसके बाद ट्रैक्टर के द्वारा बैरिकेड को टक्कर मार के बैरिकेड को हटा दिया गया। जी, इस समय माहौल क्या है वहां पर? ये प्रदर्शन खत्म हो चुका है या अभी भी चल रहा है, या कुछ किसान हिरासत में लिए गए क्योंकि पुलिस के साथ झड़प हुई है, धक्का मुक्की हुई है? ये भी खबरें वहां से निकलकर सामने आ रही थी। जी गौरव, जैसा कि किसानों का जो ये आंदोलन था ये शांतिपूर्ण था, लेकिन पुलिस के द्वारा किसानों के ऊपर जो है थोड़ी जोर जबरदस्ती की गई, क्योंकि उनका किसानों का कहना था कि हम शांतिपूर्ण जो कमलेश ढांडा के निवास स्थान के आगे धरना देंगे, लेकिन पुलिस के द्वारा उनको बैरिकेड पार नहीं करने दिया गया। तो वहां पर थोड़ी हल्की फुल्की जो जोर जबरदस्ती हुई, उसके बाद बैरिकेड तोड़ा गया और किसान धरना जो है निवास स्थान के आगे धरना देकर यानी शांतिपूर्ण धरना दे रहे हैं। फिलहाल कोई किसी के ऊपर कोई कार्रवाई की ऐसी कोई सूचना नहीं है, लेकिन पुलिस और किसानों के बीच हल्की फुल्की जो नोक-झोंक है वो जरूर हुई थी। जी गौरव, शुक्रिया, धन्यवाद साडे नाल जुड़न दे लई। इस पूरी गलबात दे लई मंत्री दे घर दे घिराओ दी कोशिश, कैथल हरियाणा दीआं ਇਹ तस्वीरां जिथे कोशिश की गई किसान आगूआं दे वल्लों उत्थे पहुंच के विरोध प्रदर्शन दी, घर दा घेराव करन दी ते इस विचाले बैरीकेडिंग की गई सी ते बैरीकेड नूं हटा दिता गया। ट्रैक्टर दे जरिए ट्रैक्टर मार के उत्थे बैरीकेड हटाए गए ने। ये तस्वीरां दे जरिए साफ नजर आ रहा है।
ਤਾਂ ਹਰਿਆਣਾ ਦੇ ਵਿੱਚ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਤਾਂ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਲਗਾਤਾਰ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਕੱਲ ਤੀਕਸ਼ਣ ਸੂਦ ਦੇ ਘਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਜ਼ਬਰਦਸਤੀ ਵੜ ਕੇ ਤੀਕਸ਼ਣ ਸੂਦ ਦੇ ਘਰ ਦੇ ਅੰਦਰ ਕੂੜੇ ਦੀ ਟਰਾਲੀ ਖਾਲੀ ਕਰ ਦਿੱਤੀ ਸੀ, ਗੋਹੇ ਦੀ ਟਰਾਲੀ ਖਾਲੀ ਕੀਤੀ ਗਈ ਸੀ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪੀਲ ਵੀ ਕੀਤੀ ਕਿ ਜ਼ਬਰਨ ਪ੍ਰਦਰਸ਼ਨ ਕਰਨਾ ਗਲਤ ਹੈ, ਇਸ ਨਾਲ ਅੰਦੋਲਨ ਬਦਨਾਮ ਹੋ ਰਿਹਾ ਹੈ। ਨਾਲ ਹੀ ਉਹਨਾਂ ਕਿਹਾ ਕਿ ਕਿਸੇ ਦੀ ਨਿੱਜਤਾ ਦੇ ਵਿੱਚ ਦਖਲ ਦੇਣ ਦੀ ਵੀ ਕਿਸੇ ਨੂੰ ਇਜਾਜ਼ਤ ਨਹੀਂ ਹੈ। ਉਧਰ ਪੰਜਾਬ ਹਰਿਆਣਾ ਦੇ ਵਿੱਚ ਵਿਰੋਧ ਹੈ ਬੀਜੇਪੀ ਲੀਡਰਾਂ ਦਾ। ਦੋ ਤਸਵੀਰਾਂ ਤੁਹਾਡੇ ਸਾਹਮਣੇ ਨੇ, ਤੀਕਸ਼ਣ ਸੂਦ ਦਾ ਘਰ ਪੰਜਾਬ ਦੀ ਇਹ ਤਸਵੀਰ, ਹੁਸ਼ਿਆਰਪੁਰ ਦੀ ਤਸਵੀਰ। ਉਹਨਾਂ ਦੇ ਘਰ ਦੇ ਬਿਲਕੁਲ ਗੇਟ ਦੇ ਅੱਗੇ ਟਰਾਲੀ ਢੇਰੀ ਕਰ ਦਿੱਤੀ ਗਈ ਸੀ, ਜਿਸ ਦੇ ਵਿੱਚ ਗੋਹਾ ਸੀ, ਕੂੜੇ ਦਾ ਪੂਰਾ ਦੱਸਿਆ ਜਾ ਰਿਹਾ ਟਰਾਲੀ ਸੀ। ਤੇ ਦੂਜੀ ਤਸਵੀਰ ਅੱਜ ਦੀ ਹੈ, ਮੰਤਰੀ ਕਮਲੇਸ਼ ਦਾ ਘਰ ਘਿਰਾਓ ਦੀ ਕੋਸ਼ਿਸ਼ ਤੇ ਫਿਰ ਟਰੈਕਟਰ ਦੇ ਜ਼ਰੀਏ ਬੈਰੀਕੇਡ ਨੂੰ ਹਟਾ ਕੇ ਪ੍ਰਦਰਸ਼ਨਕਾਰੀ ਅੱਗੇ ਵਧੇ। ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਵਿਰੋਧ ਦਾ ਸਾਹਮਣਾ ਬੀਜੇਪੀ ਦੇ ਲੀਡਰਾਂ ਨੂੰ ਜਾਂ ਫਿਰ ਬੀਜੇਪੀ ਦੇ ਜਿਹੜੇ ਹਿਮਾਇਤੀ ਨੇ ਉਹਨਾਂ ਲੀਡਰਾਂ ਨੂੰ ਜ਼ਰੂਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਤੀਕਸ਼ਣ ਸੂਦ ਦਾ ਘਰ, ਉਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇੱਕ ਦਿਨ ਪਹਿਲਾਂ ਪੂਰਾ ਘਟਨਾਕ੍ਰਮ ਵਾਪਰਿਆ, ਉੱਥੇ ਇੱਕ ਟਰਾਲੀ ਦੇ ਵਿੱਚ ਗੋਹਾ ਕੂੜਾ ਭਰ ਕੇ ਇਹ ਲੋਕ ਪਹੁੰਚੇ ਸੀ ਵਿਰੋਧ ਕਰਵਾਉਣ ਦੇ ਲਈ, ਵਿਰੋਧ ਦਰਜ ਕਰਵਾਉਣ ਦੇ ਲਈ, ਤੇ ਉੱਥੇ ਢੇਰੀ ਕਰ ਦਿੱਤਾ ਗਿਆ। ਘਰ ਦੇ ਵਿੱਚੋਂ ਤਸਵੀਰਾਂ ਕੱਲ ਦੀਆਂ ਲਗਾਤਾਰ ਨਿਊਜ਼ 18 ਪੰਜਾਬ ਤੁਹਾਨੂੰ ਦਿਖਾ ਰਿਹਾ ਹੈ। ਉਸ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਕਾਰਵਾਈ ਵੀ ਹੋਈ ਹੈ, ਉਸ ਦਾ ਵੀ ਵਿਰੋਧ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਤੇ ਦੂਜੀ ਤਸਵੀਰ ਹਰਿਆਣਾ ਦੀ ਹੈ, ਇਹ ਅੱਜ ਦੀ ਤਸਵੀਰ ਕੈਥਲ ਦੀ ਤਸਵੀਰ ਹੈ। ਕੈਥਲ ਦੇ ਵਿੱਚ ਮੰਤਰੀ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਉੱਥੇ ਪੁਲਿਸ ਨੇ ਬੈਰੀਕੇਡ ਕਰ ਦਿੱਤੇ, ਤਾਂ ਫਿਰ ਪੁਲਿਸ ਦੇ ਨਾਲ ਝੜਪ ਹੋਈ ਹੈ, ਬੈਰੀਕੇਡ ਤੋੜ ਕੇ ਉਹ ਅੱਗੇ ਵਧੇ ਨੇ। ਕੁਝ ਹੋਰ ਤਸਵੀਰਾਂ ਤੁਹਾਨੂੰ ਅੱਜ ਦੀਆਂ ਦਿਖਾਉਂਦੇ ਹਾਂ ਲੁਧਿਆਣਾ ਤੋਂ, ਜਿਹੜੀਆਂ ਝੜਪਦੀਆਂ ਪੁਲਿਸ ਦੇ ਨਾਲ ਕਿਸਾਨਾਂ ਦੀਆਂ ਸਾਹਮਣੇ ਆਈਆਂ ਨੇ। ਜੇ ਲੁਧਿਆਣਾ ਦੇ ਵਿੱਚ ਕਿਸਾਨਾਂ ਦੀ ਪੁਲਿਸ ਦੇ ਨਾਲ ਝੜਪ ਹੋਈ ਹੈ, ਬੀਜੇਪੀ ਦੇ ਧਰਨੇ ਵਾਲੀ ਥਾਂ ਦੇ ਵੱਲ ਇਹ ਕਿਸਾਨ ਵੱਧ ਰਹੇ ਸੀ, ਉੱਥੇ ਜਾ ਰਹੇ ਸੀ। ਬੀਜੇਪੀ ਨੇ ਧਰਨਾ ਦਿੱਤਾ ਅੱਜ ਲੁਧਿਆਣਾ ਦੇ ਵਿੱਚ ਤੇ ਪੁਲਿਸ ਦੇ ਵੱਲੋਂ ਰੋਕੇ ਜਾਣ ਦੇ ਉੱਤੇ ਮਾਹੌਲ ਤਣਾਅਪੂਰਨ ਉੱਥੇ ਹੋ ਗਿਆ। ਪੁਲਿਸ ਨੇ ਕਈ ਕਿਸਾਨ ਆਗੂਆਂ ਨੂੰ, ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ। ਲੁਧਿਆਣਾ ਦੇ ਵਿੱਚ ਕੈਪਟਨ ਸਰਕਾਰ ਦੇ ਖਿਲਾਫ ਬੀਜੇਪੀ ਦਾ ਧਰਨਾ ਜਾਰੀ ਹੈ। ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਬੀਜੇਪੀ ਦੇ ਵੱਲੋਂ ਚੁੱਕੇ ਜਾ ਰਹੇ ਨੇ ਤੇ ਇਲਜ਼ਾਮ ਲਗਾਏ ਗਏ ਕਿ सूबे की कानून व्यवस्था जिहड़ी है वो बिगड़ी हुई है ते इस विरोध दे विच धरने प्रदर्शन किए जा रहे हैं। धरना लुधियाना दे विच लगाया जा रहा है। रवनीत बिट्टू लुधियाना तो MP ने उन्होंने खिलाफ FIR दर्ज किए जाने की मांग की जा रही है बीजेपी के आगुआं दे वल्लों। धरने प्रदर्शन का पूरा प्रोग्राम उलीकिया गया। एक पासे स्टेज सजाई गई जिथे बीजेपी के वड्डे आगू, पंजाब बीजेपी के वड्डे आगू पहुंचे हुए सन ते दूजे पासे दूजी तस्वीर असीं जिहड़ी तुहानूं दिखा रहे हैं वो भी लुधियाना दी है। किसान जथेबंदियां दे आगू इस धरने वाली थां दे वल वध रहे सी। पुलिस ने राह दे विच बैरीकेड्स लगा के उन्होंने रोक लिया ते फिर रोकण दे दौरान पुलिस दे नाल धक्का मुक्की झड़प दीयां तस्वीरां भी सामने आईयां ने। कई किसान आगू पुलिस दे वल्लों हिरासत दे विच ले लए गए, बसां दे विच भर के उत्थों दूर लैके गई है पुलिस। तां पुलिस ने किसानां नूं हिरासत दे विच भी लिया है। तां ਇਹ ਲੁਧਿਆਣਾ ਦੀਆਂ ਤਸਵੀਰਾਂ। ਕਾਨੂੰਨਾਂ ਨੂੰ ਜਲਦੀ ਤੋਂ ਜਲਦੀ ਰੱਦ ਕਰੋ, ਨਹੀਂ ਤਾਂ तमाम ਯੂਥ ਕਾਂਗਰਸ ਵੀ ਇਸ ਪ੍ਰੋਟੈਸਟ ਦੇ ਵਿੱਚ ਆਮ ਇਨਸਾਨ ਸਾਰਿਆਂ ਦੇ ਨਾਲ ਰਲ ਕੇ ਪੂਰਨ ਤੌਰ ਤੇ ਵਿਰੋਧ ਕਰੂਗੀ। ਸਾਰੇ ਹਿੰਦੁਸਤਾਨ ਅਸੀਂ ਬੰਦ ਕਰਾਂਗੇ। ਇਹਦੇ ਨਾਲ ਮੋਦੀ ਸਰਕਾਰ ਨੂੰ ਕਿਸੇ ਨੂੰ ਵੀ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਉਹਦੀ ਜ਼ਿੰਮੇਵਾਰ ਸੈਂਟਰ ਸਰਕਾਰ, ਇੱਕੋ ਇੱਕ ਮੋਦੀ ਸਰਕਾਰ ਹੋਊਗੀ। ਤਾਂ ਪੰਜਾਬ ਦੇ ਵਿੱਚ ਵਿਰੋਧ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਹੈ, ਪਰ ਇਸ ਸਭ ਦੇ ਵਿਚਾਲੇ ਧਰਨੇ ਪ੍ਰਦਰਸ਼ਨ ਜਾਰੀ ਨੇ। ਤੇ ਹੁਣ ਗੱਲ ਕਿਸਾਨਾਂ ਦੀ, ਜੋ ਦਿੱਲੀ ਦੇ ਵਿੱਚ ਬੈਠ ਕੇ ਧਰਨਾ ਪ੍ਰਦਰਸ਼ਨ ਵੀ ਇਸ ਸਮੇਂ ਦਿੱਲੀ ਬਾਰਡਰ ਤੇ ਕਰ ਰਹੇ ਨੇ ਤੇ ਅੱਗੇ ਦੀ ਰਣਨੀਤੀ ਵੀ ਉਲੀਕੀ ਜਾ ਰਹੀ ਹੈ। KMP ਦੇ ਉੱਤੇ ਕੁੰਡਲੀ ਮਾਨੇਸਰ ਪਲਵਲ ਐਕਸਪ੍ਰੈਸਵੇ ਦੇ ਉੱਤੇ 6 ਜਨਵਰੀ ਨੂੰ ਕਿਸਾਨ ਟਰੈਕਟਰ ਮਾਰਚ ਕਰਨਗੇ। 23 ਜਨਵਰੀ ਨੂੰ ਸਾਰੇ ਸੂਬਿਆਂ ਦੇ ਵਿੱਚ ਰਾਜਪਾਲ ਭਵਨਾਂ ਦੇ ਵੱਲ ਕੂਚ ਕੀਤਾ ਜਾਏਗਾ, ਮਾਰਚ ਕੀਤਾ ਜਾਏਗਾ। ਤੇ ਸਭ ਤੋਂ ਵੱਡੀ ਖਬਰ ਇਸ ਸਮੇਂ ਦੀ ਹੈ ਜੋ ਕਿਸਾਨਾਂ ਦੇ ਵੱਲੋਂ ਅੱਗੇ ਦੀ ਰਣਨੀਤੀ ਉਲੀਕੀ ਗਈ ਹੈ, ਉਹ 26 ਜਨਵਰੀ ਨੂੰ ਲੈ ਕੇ। 26 ਜਨਵਰੀ ਨੂੰ ਗਣਤੰਤਰ ਦਿਹਾੜਾ ਹੁੰਦਾ ਹੈ, ਪੂਰਾ ਦੇਸ਼ ਗਣਤੰਤਰ ਦਿਹਾੜਾ ਮਨਾਉਂਦਾ ਹੈ ਤੇ 26 ਜਨਵਰੀ ਨੂੰ ਦਿੱਲੀ ਦੇ ਵਿੱਚ ਟਰੈਕਟਰਾਂ ਦੇ ਨਾਲ ਪ੍ਰਦਰਸ਼ਨ ਕੀਤਾ ਜਾਏਗਾ। ਕਿਸਾਨ ਜਥੇਬੰਦੀਆਂ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਅੱਜ ਐਲਾਨ ਕੀਤਾ ਗਿਆ ਹੈ ਤੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਸਾਡਾ ਅੰਦੋਲਨ ਉਹ ਚਾਹੇ 6 ਤਰੀਕ ਨੂੰ ਹੋਵੇ, 23 ਤਰੀਕ ਨੂੰ ਹੋਵੇ ਜਾਂ ਫਿਰ ਹੋਵੇ 26 ਜਨਵਰੀ ਨੂੰ, ਸ਼ਾਂਤਮਈ ਰਹੇਗਾ। ਸਰਕਾਰ ਖੇਤੀ ਕਾਨੂੰਨਾਂ ਤੇ ਗਲਤ ਪ੍ਰਚਾਰ ਕਰ ਰਹੀ ਹੈ, ਇਲਜ਼ਾਮ ਇਹ ਵੀ ਲਗਾਏ ਜਾ ਰਹੇ ਨੇ। ਸਰਕਾਰ ਦੇ ਲਈ ਵਕਾਰ ਦਾ ਸਵਾਲ, ਹੁਣ ਇਹ ਜਿਹੜੇ ਕਾਨੂੰਨ ਨੇ ਉਹ ਬਣੇ ਹੋਏ ਨੇ, ਸਰਕਾਰ ਦੇ ਕੋਲ ਸਾਡੀਆਂ ਗੱਲਾਂ ਦਾ ਕੋਈ ਜਵਾਬ ਨਹੀਂ। ਕਿਸਾਨ ਜਥੇਬੰਦੀਆਂ ਦੇ ਆਗੂ ਹੀ ਕਹਿੰਦੇ ਨਜ਼ਰ ਆਏ। ਵੱਡੀ ਖਬਰ ਇਸ ਸਮੇਂ ਅਸੀਂ ਤੁਹਾਨੂੰ ਦੇ ਰਹੇ ਹਾਂ
ਅਗਲੇ ਤਕਰੀਬਨ 25 ਦਿਨਾਂ ਦਾ ਪ੍ਰੋਗਰਾਮ ਉਲੀਕ ਦਿੱਤਾ ਗਿਆ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ। 4 ਤਰੀਕ ਨੂੰ ਮੀਟਿੰਗ ਹੈ, 5 ਤਰੀਕ ਨੂੰ ਸੁਪਰੀਮ ਕੋਰਟ ਤੇ ਉਸ ਤੋਂ ਬਾਅਦ 6 ਤਰੀਕ ਨੂੰ ਟਰੈਕਟਰ ਮਾਰਚ। 4 ਤੇ 5 ਦੀ ਮੀਟਿੰਗ ਦੇ ਵਿੱਚ ਜੇਕਰ ਕੋਈ ਹੱਲ ਨਿਕਲਦਾ ਹੈ, 4 ਨੂੰ ਮੀਟਿੰਗ ਹੱਲ ਨਿਕਲੇ ਜਾਂ ਸੁਪਰੀਮ ਕੋਰਟ ਦੇ ਕੋਈ ਆਰਡਰ ਹੋਣ, ਉਸ ਤੋਂ ਬਾਅਦ ਸਥਿਤੀ ਬਦਲੇ ਤਾਂ ਵੱਖਰੀ ਗੱਲ ਹੈ, ਪਰ 6 ਤਰੀਕ ਨੂੰ ਟਰੈਕਟਰ ਮਾਰਚ KMP ਦੇ ਉੱਤੇ ਹੋਏਗਾ। ਉਸ ਤੋਂ ਬਾਅਦ 13 ਤਰੀਕ ਨੂੰ ਜਦੋਂ ਲੋਹੜੀ ਹੋਏਗੀ, ਲੋਹੜੀ ਦਾ ਤਿਉਹਾਰ ਮਨਾਉਂਦਾ ਹੈ ਪੂਰਾ ਪੰਜਾਬ, ਤਾਂ ਉਹ ਵੀ ਅਪੀਲ ਹੈ ਕਿ ਸਾਰੀ ਥਾਵਾਂ ਦੇ ਉੱਤੇ ਲੋਹੜੀ ਦਾ ਤਿਉਹਾਰ ਮਨਾਇਆ ਜਾਵੇ। ਕਾਨੂੰਨ ਦੀਆਂ ਕਾਪੀਆਂ ਸਾੜਨ ਦਾ ਐਲਾਨ ਕੀਤਾ ਗਿਆ ਹੈ। ਉਸ ਤੋਂ ਬਾਅਦ 18 ਤਰੀਕ ਨੂੰ ਮਹਿਲਾ ਕਿਸਾਨ ਦਿਵਸ ਦੇ ਮੌਕੇ ਦੇ ਉੱਤੇ ਪ੍ਰਦਰਸ਼ਨ ਹੋਏਗਾ। ਉਸ ਤੋਂ ਬਾਅਦ 23 ਤਰੀਕ ਨੂੰ ਵੀ ਪ੍ਰਦਰਸ਼ਨ ਤੇ 26 ਜਨਵਰੀ ਜੋ ਸਭ ਤੋਂ ਅਹਿਮ ਐਲਾਨ ਹੈ, 26 ਜਨਵਰੀ ਦੇ ਦਿਨ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਕਿਸਾਨ ਜਥੇਬੰਦੀਆਂ ਕਰਨਗੀਆਂ। 6 तारीख को अगर हमारी वार्ता फेल हो जाती है और 5 तारीख को सुप्रीम कोर्ट में भी कुछ हमारे पक्ष में नहीं होता है, 6 तारीख को हम सिंगू बॉर्डर से ट्रैक्टर जो है उसको KMP पर चढ़ाएंगे और KMP पर ट्रैक्टर मार्च होगा। और 6 से लेकर 20 तक एक पूरा पखवाड़ा देश में हम कॉल दे रहे हैं कि उस कॉल के अनुसार पूरे देश में किसानों के इस आंदोलन के पक्ष में बीजेपी सरकार के ऊपर दबाव डालने के लिए बड़ी बड़ी रैलियां, बड़े बड़े प्रोटेस्ट प्रोग्राम और पक्के धरने, जो भी तरह के लोग वहां के अलग अलग प्रांतों के करेंगे। हमने फैसला किया है कि 23 जनवरी को पूरे देश में हमने कॉल दिया है लोगों को कि बड़े बड़े प्रोग्राम करके गवर्नर हाउसेज जो हैं, गवर्नर हाउसेज की तरफ मार्च करो। 26 जनवरी इस बार का जो गणतंत्र दिवस है, पूरे देश में किसान अपनी अगुवाई के तले उस गणतंत्र दिवस को अपने ट्रैक्टर और व्हीकल परेड करके उसको मनाएंगे। 6 तारीख को ਸਵਾਗਤ ਹੈ। ਹੁਣ ਗੱਲ ਕਰੋਨਾ ਵੈਕਸੀਨ ਦੀ। ਦੇਸ਼ ਭਰ ਦੇ ਵਿੱਚ 16 ਜ਼ਿਲ੍ਹਿਆਂ ਦੇ ਵਿੱਚ ਵੈਕਸੀਨ ਦਾ ਡਰਾਈ ਰਨ ਜਾਰੀ ਹੈ। ਇਸ ਕੰਮ ਦੇ ਲਈ 259 ਵੈਕਸੀਨ ਸੈਂਟਰ ਬਣਾਏ ਗਏ ਨੇ। ਪੰਜਾਬ ਦੇ ਵਿੱਚ ਪਟਿਆਲਾ ਦੇ ਵਿੱਚ ਡਰਾਈ ਰਨ ਜਾਰੀ ਹੈ, ਜਦੋਂ ਕਿ ਇਸ ਤੋਂ ਪਹਿਲਾਂ ਨਵਾਂ ਸ਼ਹਿਰ ਤੇ ਲੁਧਿਆਣਾ ਦੇ ਵਿੱਚ ਆਲਰੇਡੀ ਟ੍ਰਾਇਲ ਕੀਤਾ ਗਿਆ ਸੀ। ਇਸੇ ਤਰ੍ਹਾਂ ਹਰਿਆਣਾ ਦੇ ਪੰਚਕੂਲਾ, ਹਿਮਾਚਲ ਦੇ ਸ਼ਿਮਲਾ ਤੇ ਚੰਡੀਗੜ੍ਹ ਦੇ ਵਿੱਚ ਡਰਾਈ ਰਨ ਜਾਰੀ ਹੈ। 4 ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਆਲੇ ਦੁਆਲੇ ਤੁਹਾਡੇ ਪੂਰੇ ਇਲਾਕੇ ਦੀ ਤੁਹਾਨੂੰ ਹਾਲ ਦੱਸਣ ਦੀ ਕੋਸ਼ਿਸ਼। ਪਟਿਆਲਾ, ਚੰਡੀਗੜ੍ਹ, ਪੰਚਕੂਲਾ, ਸ਼ਿਮਲਾ, ਇਹ ਡਰਾਈ ਰਨ ਇੱਕ ਥਾਂ ਦੇ ਉੱਤੇ ਹੋ ਗਿਆ। ਟੀਮਾਂ ਬਿਲਕੁਲ ਤਿਆਰ ਕੀਤੀਆਂ ਗਈਆਂ ਨੇ ਤੇ ਜਿਵੇਂ ਹੀ ਵੈਕਸੀਨ ਨੂੰ ਮਨਜ਼ੂਰੀ ਮਿਲ ਕੇ ਵੈਕਸੀਨ ਆਉਣੀ ਸ਼ੁਰੂ ਹੋਏਗੀ ਤਾਂ ਮਤਲਬ ਇਹ ਹੈ ਕਿ ਸਭ ਕੁਝ ਰੈਡੀ ਹੋਏਗਾ, ਬਸ ਸਿਰਫ ਵੈਕਸੀਨ ਆਉਣ ਦੀ ਦੇਰ ਹੈ। ਉਸ ਤੋਂ ਬਾਅਦ ਜਿਹੜੇ ਇੰਜੈਕਸ਼ਨਸ ਨੇ ਉਹ ਲੱਗਣੇ ਸ਼ੁਰੂ ਹੋ ਜਾਣਗੇ। कोरोना की वैक्सीन आने से पहले पूरे देश भर में मॉक ड्रिल की जा रही है और ये चेक किया जा रहा है कि जब वैक्सीन आएगी तो किस तरह से मरीजों को वो वैक्सीन वितरित की जाएगी, कैसे उनके ऊपर लगाई जाएगी। तो उसके लिए आज पूरे देश भर में मॉक ड्रिल की गई। हम पंचकुला के सेक्टर 8 डिस्पेंसरी में मौजूद हैं और यहाँ देखते हैं कि किस तरह से जो वैक्सीन का मॉक ड्रिल हुआ है। आप देख सकते हैं कि सबसे पहले यहाँ गेट के ऊपर जो कर्मचारी खड़े हैं और वो एक एक जो भी आएगा उसको चेक करने के बाद और अंदर जाने देंगे। पूरा प्रॉपर नाम लिखा हुआ है। अंदर जाने के लिए फिर यहाँ हैंड वॉशिंग और सैनिटाइजेशन एरिया बनाया गया है। यहाँ हाथ सैनिटाइज करवाए जाएंगे। मास्क अगर कोई नहीं पहन के आता है तो उनको मास्क वितरित किया जाएगा। आगे बढ़ने की उस कड़ी के अंदर वेटिंग रूम बनाया गया है। यहाँ आप देख सकते हैं कि एक जो स्वास्थ्य कर्मी है वो वेट कर रही हैं अभी वैक्सीनेशन में, जो दूसरी महिला का हो रहा है तो वो यहाँ वेटिंग रूम में बैठे हैं, यहाँ वेट कर रहे हैं। इम्यूनाइजेशन रूम के अंदर एंट्री करने के बाद जो सारी प्रोसेस है वो शुरू होती है। यहाँ आपको दिखाएंगे कि जब यहाँ एंटर करता है आज पेशेंट तो उसकी प्रॉपर चेकिंग की जाती है कि जब उसने रजिस्ट्रेशन कराया था तो उस समय क्या डॉक्यूमेंट दिया था और अब क्या वो डॉक्यूमेंट लेकर के आए हैं। ये आप देख सकते हैं कि ये पेशेंट आए हुए हैं और इनको यहाँ अब वैक्सीन लगाई जा रही है। ये वैक्सीनेशन होगा। ये निगरानी कक्ष है। ये आप देख सकते हैं कि निगरानी कक्ष बनाया गया है और यहाँ जिस तरह से ये वेट कर रहे हैं, अभी आधे घंटे वेट अभी करेंगे और उसके बाद ही यहाँ से जा पाएंगे, क्योंकि जब वैक्सीन लगती है उसके बाद उसका कोई एडवर्स इफेक्ट तो नहीं हो रहा है, तो वो फिर एक वेटिंग एरिया बनाया गया है। हम यहाँ के जो डॉक्टर हैं उनसे भी जानते हैं, उनसे जानकारी लेते हैं। मैम, आपसे जानना चाहेंगे कि किस तरह से जो टीकाकरण अभियान यहाँ चला है और एक ड्राई रन हुआ है, क्या सफल मानते हैं उसे?
हाँ जी बिल्कुल सफल मानते हैं और ये हमने बिल्कुल बहुत अच्छे से यहाँ पे मैनेज किया हुआ है।